ਸਾਹਿਬ ਜੀਓ। ਜਾ ਕਉ ਹਰ ਰੰਗ ਲਾਗੂ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਇਹਨਾਂ ਵਿਸ਼ੇਸ਼ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਅੱਜ ਦੇ ਵਿਸ਼ੇਸ਼ ਦੀਵਾਨ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਤਿੰਨਾਂ ਦੀ ਯਾਦ ਨੂੰ, ਤਿੰਨਾਂ ਦੀ ਸ਼ਹਾਦਤ ਨੂੰ ਸਮਰਪਿਤ ਕੀਤੇ ਗਏ ਹਨ। ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਨ ਕੀਤਾ ਹੈ। ਆਓ ਗੁਰੂ ਸਵਾਰੇ ਉਹਨਾਂ ਦੇ ਜੀਵਨ ਬਾਬਤ ਕੁਝ ਕਹਿ ਸੁਣ ਸਕੀਏ। ਉਸ ਤੋਂ ਪਹਿਲਾਂ ਮਨ ਦੀ ਇਕਾਗਰਤਾ ਬਣਾਈਏ, ਕਿਉਂਕਿ ਬਹੁਤ ਕੁਝ ਇਤਿਹਾਸ ਵਿੱਚ ਐਸਾ ਹੈ ਨਾ ਅਸੀਂ ਅੱਜ ਤੱਕ ਸੁਣ ਸਕੇ ਹਾਂ, ਨਾ ਸੁਣਾ ਸਕੇ ਹਾਂ। ਉਹਦਾ ਕਾਰਨ ਸਾਡੇ ਪਾਸ ਇਤਨੀ ਰੁਚੀ ਨਹੀਂ, ਜਾਂ ਸੁਣਾਉਣ ਵਾਲਿਆਂ ਦੇ ਪਾਸ ਇਤਨਾ ਸਮਾਂ ਨਹੀਂ ਕਿ ਉਹ ਖੋਜ ਕਰ ਸਕਣ। ਉਹਦਾ ਕਾਰਨ ਕਿਉਂਕਿ ਬੁਲਾਰੇ ਦੀ ਸਭ ਤੋਂ ਵੱਡੀ ਕੀਮਤ ਹੁੰਦੀ ਹੈ ਸਰੋਤਾ, ਧਨ ਨਹੀਂ। ਸਭ ਤੋਂ ਵੱਡੀ ਕੀਮਤ ਸਰੋਤਾ ਹੈ। ਜੇ ਕੋਈ ਸੁਣਨ ਵਾਲਾ ਬੈਠਾ ਹੈ ਤੇ ਸਮਝੋ ਬੁਲਾਰੇ ਦਾ ਮਾਣ, ਬੁਲਾਰੇ ਦਾ ਸਮਾਂ ਜਿਹੜਾ ਸਫਲ ਹੈ। ਜਿਤਨੇ ਵੀ ਬੈਠੇ ਆ, ਆਪਾਂ ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਸਾਂਝੀਆਂ ਕਰ ਸਕੀਏ। ਕੁਝ ਕਹਿਣ ਤੋਂ ਪਹਿਲਾਂ ਫਤਿਹ ਸਾਂਝੀ ਕਰੋ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਆਣਿਆਂ ਨੇ ਇੱਕ ਬਹੁਤ ਪਿਆਰੀ ਵਾਰਤਾ ਕਹੀ ਹੈ ਕਿ ਹਰ ਕੌਮ ਦੀ ਰੀੜ੍ਹ ਦੀ ਹੱਡੀ ਉਸ ਕੌਮ ਦਾ ਇਤਿਹਾਸ ਹੁੰਦਾ। ਜਿਸ ਕੌਮ ਦੇ ਇਤਿਹਾਸ ਨੂੰ ਲੋਕ ਖੋਰਾ ਲਾਉਣ ਲੱਗ ਜਾਣ, ਦੂਜਿਆਂ ਤੇ ਲਾਣਾ ਹੀ ਲਾਣਾ, ਜੇ ਆਪਣੇ ਵੀ ਆਪਣੀ ਕੌਮ ਨੂੰ ਢਾਹ ਲਾਉਣ ਲੱਗ ਜਾਣ ਇਤਿਹਾਸ ਨੂੰ, ਤੇ ਸਮਝੋ ਕੌਮ ਦਾ ਜਿਹੜਾ ਢਾਂਚਾ ਹੈ ਉਹ ਧਰਤੀ ਤੇ ਆਣ ਪੈਂਦਾ। ਅੱਜ ਸਾਡੀ ਹਾਲਾਤ, ਸਾਡੀ ਦਸ਼ਾ ਇਸੇ ਕਰਕੇ ਬਦ ਤੋਂ ਬੱਤਰ ਬਣੀ ਹੋਈ ਹੈ, ਕਿਉਂਕਿ ਸਾਡੀ ਕੌਮ ਦੇ ਜਾਂ ਸਾਡੇ ਆਪਣੇ ਜਾਂ ਸਾਡੇ ਪਰਾਏ ਕਿਤੇ ਨਾ ਕਿਤੇ ਗਹਿਲੇ ਅਣਗਹਿਲੇ ਦੇ ਅੰਦਰ ਅਸੀਂ ਆਪਣੇ ਇਤਿਹਾਸ ਨੂੰ ਢਾਹ ਲਾ ਬੈਠੇ ਹਾਂ ਜਾਂ ਇਤਿਹਾਸ ਨੂੰ ਵਿਗਾੜ ਬੈਠੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਾਬਤ ਆਪ ਜੀ ਦੇ ਨਾਲ ਵਿਚਾਰ ਕਰਨੀ ਹੈ। ਸਿੱਖ ਇਤਿਹਾਸ ਦੇ ਅੰਦਰ ਇੱਕ ਬਹੁਤ ਵੱਡਾ ਸਰੋਤ ਹੈ ਇਤਿਹਾਸ ਦਾ, ਜਿਨ੍ਹਾਂ ਨੂੰ ਭੱਟਵਈਆਂ ਕਿਹਾ ਜਾਂਦਾ ਹੈ। ਭੱਟਵਈਆਂ ਦੇ ਅੰਦਰ ਗੁਰੂ ਕੇ ਸਿੱਖਾਂ ਦਾ ਅਤੇ ਸਤਿਗੁਰਾਂ ਦਾ ਉਸ ਵਕਤ ਦੇ ਕੌਮੀ ਪਰਵਾਨਿਆਂ ਦਾ ਬੜਾ ਕਮਾਲ ਦਾ ਇਤਿਹਾਸ ਪਿਆ ਹੈ। ਉਹਦੇ ਵਿੱਚੋਂ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਇਤਿਹਾਸ ਬਾਬਤ ਜ਼ਿਕਰ ਮਿਲਦਾ ਹੈ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਸਿੱਖ ਹੋਏ ਭਾਈ ਬੱਲੂ ਜੀ। ਭਾਈ ਬੱਲੂ ਜੀ ਦੀ ਕੌਮ ਦੇ ਵਿੱਚੋਂ ਕਹਿ ਲਈਏ, ਅੰਸ਼ ਦੇ ਵਿੱਚੋਂ ਕਹਿ ਲਈਏ, ਭਾਈ ਮਨੀ ਸਿੰਘ ਜੀ ਦਾ ਜਨਮ ਹੁੰਦਾ ਹੈ। ਭਾਈ ਬੱਲੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੇਲੇ ਜਿਹੜੀ ਅੰਮ੍ਰਿਤਸਰ ਦੀ ਜੰਗ ਹੋਈ ਹੈ, ਭਾਈ ਮਨੀ ਸਿੰਘ ਜੀ ਦੇ ਦਾਦਾ ਸੀ ਸਨ ਤੇ ਉੱਥੇ ਉਹਨਾਂ ਦੀ ਸ਼ਹਾਦਤ ਹੋਈ। ਉਹਨਾਂ ਦੇ ਘਰ ਅੰਦਰ ਭਾਈ ਮਾਈ ਦਾਸ ਦਾ ਜਨਮ ਹੁੰਦਾ ਹੈ, ਜੋ ਭਾਈ ਮਨੀ ਸਿੰਘ ਜੀ ਦੇ ਪਿਤਾ ਜੀ ਹਨ। ਭਾਈ ਮਾਈ ਦਾਸ ਦੇ ਘਰ 12 ਪੁੱਤਰਾਂ ਦਾ ਜਨਮ ਹੁੰਦਾ ਹੈ। 2 ਵਿਆਹ ਹੋਏ ਸਨ ਉਹਨਾਂ ਦੇ, ਤੇ ਉਹਨਾਂ ਦੇ ਘਰ ਅੰਦਰ 12 ਪੁੱਤਰਾਂ ਦਾ ਜਨਮ ਹੁੰਦਾ ਹੈ। ਭਾਈ ਜੇਠਾ ਜੀ, ਭਾਈ ਦਿਆਲਾ ਜੀ, ਭਾਈ ਮਨੀਆ ਜੀ, ਜਿਹਨੂੰ ਅਸੀਂ ਭਾਈ ਮਨੀ ਸਿੰਘ ਜੀ ਕਹਿੰਦੇ ਆ, ਉਹਨਾਂ ਦਾ ਬਚਪਨ ਦਾ ਨਾਮ ਭਾਈ ਮਨੀਆ ਸੀ, ਤੀਜੇ ਥਾਂ ਤੇ ਸਨ। ਭਾਈ ਗੁਣੀਆਂ ਜੀ, ਭਾਈ ਰੂਪਾ ਜੀ, ਭਾਈ ਅਮਰਚੰਦ ਜੀ, 12 ਪੁੱਤਰ ਸਨ ਭਾਈ ਮਾਈ ਦਾਸ ਦੇ।
ਇਉਂ ਕਹਿ ਲਈਏ ਵੀ ਭਾਈ ਮਤੀ ਦਾਸ ਜੀ ਦੇ 11 ਭਰਾ ਹੋਰ ਸਨ, ਤੇ ਕਮਾਲ ਦੀ ਗੱਲ ਹੈ ਉਹਨਾਂ 12 ਭਰਾਵਾਂ ਦੇ ਵਿੱਚੋਂ ਸਿਰਫ ਭਾਈ ਅਮਰਚੰਦ ਜੀ ਜੀਵਤ ਰਹੇ, ਆਪਣੀ ਉਮਰ ਭੋਗ ਕੇ ਮਰੇ, ਬਾਕੀ ਸਾਰੇ ਦੇ ਸਾਰੇ ਗੁਰੂ ਘਰ ਅੰਦਰ ਸ਼ਹੀਦ ਹੋਏ। 12 ਪੁੱਤਰਾਂ ਦੇ ਵਿੱਚੋਂ ਤੁਸੀਂ ਵੇਖੋ ਵੀ ਕਿੰਨਾ ਇਹ ਗੁਰੂ ਘਰ ਨੂੰ ਪਰਮਾਰ ਸਮਰਪਿਤ ਆ। ਭਾਈ ਬੱਲੂ ਜੀ ਤੋਂ 6ਵੇਂ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ ਹੈ। ਭਾਈ ਮਾਈ ਦਾਸ ਦੇ ਘਰ 12 ਪੁੱਤਰ ਤੇ 12 ਚੋਂ 11 ਸ਼ਹੀਦ। ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਭਰਾਤਾ ਹਨ, ਜਿਨ੍ਹਾਂ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਦਿੱਲੀ ਦੀ ਧਰਤੀ ਤੇ ਸ਼ਹਾਦਤ ਹੁੰਦੀ। ਭਾਈ ਜੇਠਾ ਜੀ ਵੀ ਜੂਝ ਕੇ ਸ਼ਹੀਦ ਹੋਏ। ਅਮਰਚੰਦ ਕੱਲੇ ਇੱਕ ਸਨ ਜਿਹੜੇ ਪੂਰੀ ਉਮਰ ਭੋਗ ਕੇ ਮਰੇ। ਤੇ ਉਸ ਤੋਂ ਬਾਅਦ ਇਹ ਵੀ ਗੱਲ ਮੈਂ ਨਾਲ ਹੀ ਕਹਿ ਜਾ ਕਿ ਭਾਈ ਮਨੀ ਸਿੰਘ ਜੀ ਦੇ 5 ਪੁੱਤਰ ਸਨ ਜਿਹੜੇ ਗੁਰੂ ਘਰ ਦੇ ਅੰਦਰ ਆਪਣੀਆਂ ਸ਼ਹਾਦਤਾਂ ਦਿੱਤੀਆਂ। ਭਾਈ ਉਦੈ ਸਿੰਘ ਜਿਹੜੇ ਸਰਸਾ ਨਦੀ ਦੇ ਕਿਨਾਰੇ ਸ਼ਹੀਦ ਹੋਏ। ਭਾਈ ਬਚਿੱਤਰ ਸਿੰਘ ਜਿਹੜੇ ਰੋਪੜ ਦੀ ਜੰਗ ਅੰਦਰ ਜ਼ਖਮੀ ਹੋਏ ਤੇ ਕੋਟਲਾ ਨਿਹੰਗ ਖਾਂ ਸ਼ਹੀਦ ਹੋਏ। ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਭਾਈ ਅਨਕ ਸਿੰਘ, ਇਹ 3 ਪੁੱਤਰ ਭਾਈ ਮਨੀ ਸਿੰਘ ਜੀ ਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ। ਤੇ 2 ਪੁੱਤਰ ਆਪਾਂ ਅੱਗੇ ਜਾ ਕੇ ਸ਼ਹਾਦਤ ਦਾ ਜ਼ਿਕਰ ਕਰਨਾ ਭਾਈ ਮਨੀ ਸਿੰਘ ਜੀ ਦਾ। ਭਾਈ ਮਨੀ ਸਿੰਘ ਜੀ ਦੇ ਨਾਲ ਹੀ ਲਾਹੌਰ ਦੀ ਧਰਤੀ ਤੇ ਸ਼ਹੀਦ ਕੀਤੇ ਗਏ। ਅੱਗੋਂ ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ ਦੇ ਪੁੱਤਰ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੰਗਾਂ ਕਰਦੇ ਨੇ, ਮੁਗਲਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਉਹ ਜੂਝਦੇ ਨੇ, ਤੇ ਚੱਪੜਚਿੜੀ ਦੇ ਮੈਦਾਨ ਵਿੱਚ ਭਾਈ ਬਚਿੱਤਰ ਸਿੰਘ ਦਾ, ਭਾਈ ਉਦੈ ਸਿੰਘ ਜੀ ਦਾ ਸਾਹਿਬਜ਼ਾਦਾ ਸ਼ਹੀਦ ਹੁੰਦਾ ਹੈ। ਮਨੀ ਸਿੰਘ ਜੀ ਦੇ ਪੋਤਰੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਂਦੇ ਸ਼ਹੀਦ ਹੁੰਦੇ ਨੇ। ਮੈਂ ਆਰੰਭ ਵਿੱਚ ਬੇਨਤੀ ਕੀਤੀ ਵੀ ਐਸੇ ਭਾਈ ਮਨੀ ਸਿੰਘ ਜੀ ਦੀ ਅੱਜ ਆਪਾਂ ਗਾਥਾ ਗਾਣ ਲੱਗੇ ਆ। ਕੇਵਲ ਉਹਨਾਂ ਦੀ ਆਪਣੀ ਸ਼ਹਾਦਤ ਨਹੀਂ, ਪਤਾ ਨਹੀਂ ਕਿਤਨੇ ਕੁ ਪਰਿਵਾਰ ਦੇ ਘਰ ਦੇ ਜੀ ਉਹਨਾਂ ਦੇ ਦਾਦੇ ਤੋਂ ਲੈ ਕੇ ਪੜਪੋਤਿਆਂ ਤੱਕ ਜਿਹੜੇ ਹੈ ਉਹਨਾਂ ਦੇ ਘਰ ਅੰਦਰ ਸ਼ਹੀਦੀ ਦੇ ਗਾਨੇ ਬੰਨੇ ਜਾਂਦੇ ਸਨ। ਭਾਈ ਮਨੀ ਸਿੰਘ ਜੀ, ਮਨੀਆ ਨਾਮ ਉਹਨਾਂ ਨੂੰ ਬਚਪਨ ਵਿੱਚੋਂ ਮਿਲਿਆ। ਭਾਈ ਮਾਈ ਦਾਸ ਤੇ ਭਾਈ ਮਧਰੀ ਬਾਈ ਦੇ ਘਰ ਅੰਦਰ ਪਾਕਿਸਤਾਨ ਦੀ ਜੋ ਅੱਜ ਧਰਤੀ ਹੈ ਅਲੀਪੁਰ ਮੁਜ਼ੱਫਰਗੜ੍ਹ ਜ਼ਿਲ੍ਹੇ ਦੇ ਅੰਦਰ ਭਾਈ ਮਨੀ ਸਿੰਘ ਜੀ ਦਾ ਜਨਮ ਹੁੰਦਾ 1644 ਈਸਵੀ ਦੇ ਅੰਦਰ। 13 ਸਾਲ ਦੀ ਉਮਰ ਹੁੰਦੀ ਹੈ ਜਦੋਂ ਗੁਰੂ ਘਰ ਦੇ ਅੰਦਰ ਭਾਈ ਮਨੀ ਸਿੰਘ ਜੀ ਪਹਿਲੀ ਵਾਰੀ ਆਉਂਦੇ ਨੇ। ਕੀਰਤਪੁਰ ਸਾਹਿਬ ਦੀ ਧਰਤੀ ਹੈ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਸਮਾਂ, ਤੇ ਭਾਈ ਮਾਈ ਦਾਸ ਆਪਣੇ ਪੁੱਤਰਾਂ ਨੂੰ ਨਾਲ ਲੈ ਕਰਕੇ ਭਾਈ ਮਨੀ ਸਿੰਘ ਜੀ ਉਦੋਂ 13 ਸਾਲ ਦੇ ਸਨ, ਮਨੀਏ ਨੂੰ ਨਾਲ ਲੈ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦੇ ਨੇ। ਇਤਿਹਾਸ ਕਹਿੰਦਾ ਜਦੋਂ ਭਾਈ ਮਨੀਏ ਨੂੰ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਦੇਖਿਆ ਨਾ, ਉਹਨਾਂ ਦੀਦਾਰ ਕੀਤੇ ਭਾਈ ਮਨੀਆ ਨੇ ਗੁਰੂ ਸਾਹਿਬ ਜੀ ਤੇ ਭਾਈ ਮਾਈ ਦਾਸ ਤੋਂ ਪੁੱਛਿਆ ਵੀ ਇਸ ਬੇਟੇ ਦਾ ਨਾਂ ਕੀ ਹੈ? ਤੇ ਭਾਈ ਮਾਈ ਦਾਸ ਜੀ ਕਹਿੰਦੇ ਜੀ ਸਤਿਗੁਰੂ ਇਹ ਮਨੀਆ ਹੈ। ਤੇ ਗੁਰੂ ਸਾਹਿਬ ਕਹਿੰਦੇ ਇਹ ਮਨੀਆ ਹੀ ਗੁਣੀਆਂ ਹੋਏਗਾ। ਗੁਣੀਆਂ ਦਾ ਅਰਥ ਵੱਡੇ ਗੁਣਾ ਵਾਲਾ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਬਖਸ਼ਾਂ ਦਿੱਤੀਆਂ ਕਿ ਇਹ ਮਨੀਆ ਹੀ ਗੁਣੀਆਂ ਹੋਏਗਾ। 13 ਸਾਲ ਦੀ ਉਮਰ ਵਿੱਚ ਆਏ, ਪਿਤਾ ਜੀ ਉੱਥੇ ਛੱਡ ਗਏ। 2 ਸਾਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਭਾਈ ਮਨੀ ਸਿੰਘ ਜੀ ਨੇ ਗੁਰੂ ਘਰ ਦੀ ਸੇਵਾ ਤੇ ਸਿਮਰਨ ਤੇ ਬਾਣੀ ਪੜ੍ਹਨ ਦੇ ਵਿੱਚ ਆਪਣਾ ਸਮਾਂ ਬਤੀਤ ਕੀਤਾ। 15 ਵਰਸ਼ ਦੇ ਹੋਏ ਭਾਈ ਮਾਈ ਦਾਸ ਜੀ ਆਪਣੇ ਘਰੋਂ ਆਏ। ਗੁਰੂ ਹਰਿਰਾਏ ਸਾਹਿਬ ਮਹਾਰਾਜ ਅੱਗੇ ਜੋਦੜੀ ਕੀਤੀ ਵੀ ਸਤਿਗੁਰੂ ਜੀ ਕਿਰਪਾ ਕਰੋ, ਮੈਂ ਬੇਟੇ ਮਨੀਏ ਨੂੰ ਲੈ ਜਾਵਾਂ, ਜੇ ਤੁਹਾਡੀ ਇਜਾਜ਼ਤ ਹੋਵੇ। ਇਹਦਾ ਵਿਆਹ ਕਾਰਜ ਰਚਿਆ ਹੈ, ਇਹਦਾ ਵਿਆਹ ਰੱਖਿਆ ਹੈ, ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਮਨੀਏ ਨੂੰ ਲੈ ਜਾਵਾਂ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਦਿੱਤੀ ਸਤਿਗੁਰਾਂ ਨੇ। ਤੇ ਭਾਈ ਮਨੀਆ ਜੀ ਆਪਣੇ ਪਿਤਾ ਜੀ ਦੇ ਨਾਲ ਆਪਣੇ ਘਰ ਵਾਪਸ ਹੁੰਦੇ ਨੇ। ਆਪਣੇ ਨਗਰ ਵਿੱਚ ਉਹਨਾਂ ਦੇ ਖੈਰਾਪੁਰ ਹਯਾਤ ਦੇ ਵਾਸੀ ਭਾਈ ਲੱਖੀ ਸ਼ਾਹ ਜੀ ਵਣਜਾਰਾ, ਤਿੰਨਾਂ ਦੀ ਸੁਪੁੱਤਰੀ ਦੇ ਨਾਲ, ਜਿਹਦਾ ਨਾਂ ਇਤਿਹਾਸ ਵਿੱਚ ਆਇਆ ਬੀਬੀ ਸੀਤੋ ਬਾਈ ਜੀ। ਉਹਨਾਂ ਕਿਉਂਕਿ ਉਹ ਵੀ ਉਸੇ ਇਲਾਕੇ ਦੇ ਸਨ, ਮੁਜ਼ੱਫਰ ਨਗਰ ਤੋਂ ਉਹਨਾਂ ਦਾ ਜਿਹੜਾ ਨਗਰ ਸੀ, ਪਿੰਡ ਸੀ, ਉਹ 75 ਮੀਲ ਦੂਰ ਸੀ। ਵੇਖੋ ਕਿੰਨਾ ਗੁਰੂ ਘਰ ਦੇ ਨਾਲ ਸਾਰਾ ਪਰਿਵਾਰ, ਜਾਂ ਇਉਂ ਕਹਿ ਲਈਏ ਸਾਰੇ ਪਾਸੇ ਹੀ ਉਹਨਾਂ ਦੀਆਂ ਕੜੀਆਂ ਮਿਲੀਆਂ ਹੋਈਆਂ ਨੇ। ਲੱਖੀ ਸ਼ਾਹ ਵਣਜਾਰਾ ਜੀ, ਜਿਨ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਕੀਤਾ, ਤੇ ਬੜੇ ਵੱਡੇ ਵਪਾਰੀ, ਬੜੇ ਵੱਡੇ ਸ਼ਾਹ ਤੇ ਬੜੇ ਵੱਡੇ ਧਨਾੜ ਸਨ। ਤੇ ਭਾਈ ਮਾਈ ਦਾਸ ਜਾਂ ਭਾਈ ਬੱਲੂ ਜੀ ਵੇਖੋ ਕਿੱਡੇ ਵੱਡੇ ਹੋਣਗੇ ਕਿ ਜਿਨ੍ਹਾਂ ਦੇ ਘਰ ਦੇ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਆਪਣਾ ਨਾਤਾ ਜੋੜਿਆ।
ਆਪਣੇ ਜਿਗਰ ਦਾ ਟੁਕੜਾ ਆਪਣੀ ਧੀ ਬੀਬੀ ਸੀਤੋ ਬਾਈ ਭਾਈ ਮਨੀਏ ਨਾਲ ਵਿਆਹੀ। 15 ਸਾਲ ਦੀ ਉਮਰ ਵਿੱਚ ਉਹਨਾਂ ਦੀ ਵਿਆਹ ਹੁੰਦਾ, ਉਹਨਾਂ ਦੀ ਸ਼ਾਦੀ ਹੁੰਦੀ ਹੈ। ਕੁਝ ਸਮਾਂ ਭਾਈ ਮਨੀ ਸਿੰਘ ਜੀ ਆਪਣੇ ਨਗਰ ਦੇ ਵਿੱਚ ਹੀ ਸਮਾਂ ਬਤੀਤ ਕਰਦੇ ਨੇ, ਗ੍ਰਿਸ਼ਤ ਵਿੱਚ ਹੀ ਉਦਾਸ ਰਹਿੰਦੇ ਨੇ। ਅਖੀਰ ਫਿਰ ਕੁਝ ਅਰਸੇ ਬਾਅਦ ਦੁਬਾਰਾ ਕੀਰਤਪੁਰ ਸਾਹਿਬ ਆਉਂਦੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠਦੇ ਨੇ। ਕੁਝ ਸਮਾਂ ਹੀ ਗੁਰਤਾ ਗੱਦੀ ਤੇ ਬੈਠਿਆ ਹੁੰਦਾ ਕਿ ਸਤਿਗੁਰਾਂ ਨੂੰ ਬੇਨਤੀਆਂ ਆਉਂਦੀਆਂ ਕਿ ਦਿੱਲੀ ਵੱਲ ਚੱਲੋ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਕੁਝ ਨਾਮਵਰ ਸਿੱਖਾਂ ਨੂੰ ਨਾਲ ਲੈ ਕਰਕੇ ਦਿੱਲੀ ਦੀ ਧਰਤੀ ਤੇ ਜਾਂਦੇ ਨੇ। ਤੇ ਉਹਨਾਂ ਦੇ ਵਿੱਚੋਂ ਭਾਈ ਮਨੀ ਸਿੰਘ ਜੀ ਵੀ ਇੱਕ ਸਿੱਖ ਸਨ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਦਿੱਲੀ ਦੀ ਧਰਤੀ ਤੇ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉੱਥੇ ਜੋਤੀ ਜੋਤ ਸਮਾਏ, ਗੁਰਦੇਵ ਪਿਤਾ ਮਹਾਰਾਜ ਜੀ ਦੀ ਕਾਇਆ ਦਾ ਸੰਸਕਾਰ ਕਰਕੇ ਉਹਨਾਂ ਦੀ ਮਾਤਾ ਜੀ ਦੇ ਨਾਲ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਾਤਾ ਜੀ ਦੇ ਨਾਲ, ਸਿੱਖਾਂ ਦੇ ਨਾਲ ਭਾਈ ਮਨੀ ਸਿੰਘ ਆਪ ਫਿਰ ਬਾਬੇ ਬਕਾਲੇ ਦੀ ਧਰਤੀ ਤੇ ਆ ਜਾਂਦੇ। ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਹ ਬਚਨ ਕੀਤੇ ਸਨ ਕਿ ਬਾਬਾ ਬਸਹਿ ਗ੍ਰਾਮ ਬਕਾਲੇ, ਬਨ ਗੁਰ ਸਿੱਖ ਸੰਗਤ ਸਗਲ ਸੰਭਾਲੇ। ਭਾਈ ਦਰਗਾਹ ਮੱਲ, ਭਾਈ ਮਨੀ ਸਿੰਘ ਤੇ ਹੋਰ ਗੁਰੂ ਕੇ ਸਿੱਖ ਜਿਹੜੇ ਨੇ ਉਹ ਬਕਾਲੇ ਦੀ ਧਰਤੀ ਤੇ ਆਉਂਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪੁਰਬ ਦਾ ਦੌਰਾ ਕਰਦੇ ਨੇ। ਉਹਨਾਂ ਸਮਿਆਂ ਦੇ ਅੰਦਰ ਭਾਈ ਮਨੀ ਸਿੰਘ ਕਦੀ ਸਤਿਗੁਰਾਂ ਦੇ ਪਾਸ ਤੇ ਕਦੀ ਆਪਣੇ ਨਗਰ ਵਿੱਚ ਰਹਿੰਦੇ ਨੇ। ਅਖੀਰ ਜਦੋਂ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ ਤੇ ਭਾਈ ਮਨੀ ਸਿੰਘ ਆਪਣੇ ਪਰਿਵਾਰ ਸਮੇਤ, ਆਪਣੇ ਬੱਚਿਆਂ ਸਮੇਤ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ 1675 ਵਿੱਚ ਕਸ਼ਮੀਰੀ ਪੰਡਤਾਂ ਨੇ ਆ ਕਰਕੇ ਗੁਰੂ ਸਾਹਿਬ ਅੱਗੇ ਫਰਿਆਦ ਕੀਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਪਰਾਏ ਧਰਮ ਲਈ ਜਾਂ ਕਹੀਏ ਪਰ ਉਪਕਾਰ ਦੇ ਲਈ ਬਲੀਦਾਨ ਦੇਣ ਦੇ ਲਈ ਦਿੱਲੀ ਦੀ ਧਰਤੀ ਨੂੰ ਚਾਲੇ ਪਾਏ। ਤੇ 1675 ਵਿੱਚ ਸਤਿਗੁਰਾਂ ਨੇ, ਜਿਨ੍ਹਾਂ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪੇ ਬਚਨ ਕੀਤੇ ਨੇ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਉਹਨਾਂ ਨੇ ਸਾਕਾ ਵਰਤਾਇਆ, ਸੀਸ ਦਿਆ ਪਰ ਸਿਰ ਨਾ ਦਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਸਾਕਾ ਵਰਤਾ ਗਏ। ਉਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਬਖਸ਼ੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰਿਆਈ ਤੇ ਬੈਠੇ, ਸਮਾਂ ਕੁਝ ਬਤੀਤ ਹੁੰਦਾ ਗਿਆ। ਇੱਥੇ ਜਦੋਂ ਆਪਸੀ ਪਹਾੜੀ ਰਾਜਿਆਂ ਦੇ ਨਾਲ ਖਿੱਚੋਤਾਣ ਹੋਣ ਲੱਗੀ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਤਿਆਗ ਦਿੱਤਾ। ਇੱਕ ਵਾਰੀ ਪਹਿਲਾਂ ਤਿਆਗਿਆ ਆਨੰਦਪੁਰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਪਾਉਂਟਾ ਸਾਹਿਬ ਦੀ ਧਰਤੀ ਤੇ ਆਏ, ਪਾਉਂਟਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਤਕਰੀਬਨ 3 ਕੁ ਸਾਲ ਰਹੇ ਨੇ। ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮਨੀ ਸਿੰਘ, ਸਤਿਗੁਰਾਂ ਦੇ 52 ਕਵੀ, ਲਿਖਾਰੀ, ਹੋਰ ਅਨੇਕਾਂ ਸਾਹਿਤ ਨੂੰ ਪਿਆਰ ਕਰਨ ਵਾਲੇ ਰਹਿੰਦੇ ਨੇ। ਤੇ ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਬੜੀ ਬਾਣੀ ਰਚੀ ਤੇ ਭਾਈ ਮਨੀ ਸਿੰਘ ਉਸ ਬਾਣੀ ਨੂੰ ਲਿਖਦਾ ਹੈ। ਇਤਿਹਾਸ ਵਿੱਚ ਬਚਨ ਆਉਂਦੇ ਨੇ, ਸਭ ਤੋਂ ਸੁੰਦਰ, ਸਭ ਤੋਂ ਮਕਬੂਲ ਜਿਹੜੀ ਭਾਈ ਮਨੀ ਸਿੰਘ ਜੀ ਦੀ ਜੀਵਨ ਗਾਥਾ ਨੂੰ ਬਿਆਨ ਕਰਦੀ ਕਿਤਾਬ ਹੈ ਨਾ, ਉਹ ਹੈ ਸ਼ਹੀਦ ਬਿਲਾਸ, ਸੇਵਾ ਹਰੀ ਸਿੰਘ ਭੱਟ ਦੀ ਲਿਖੀ ਹੋਈ, ਜਿਹਨੂੰ ਸੰਪਾਦਨਾ ਕੀਤਾ ਭਾਈ ਗਰਜਾ ਸਿੰਘ ਨੇ। ਉਸ ਕਿਤਾਬ ਦੇ ਬੋਲ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਾਂ ਹੈ ਤੇ ਇੱਧਰ ਭਾਈ ਮਨੀ ਸਿੰਘ ਜੀ ਦੀ ਆਰਬਲਾ ਹੋ ਗਈ 35 ਸਾਲ ਦੀ ਭਰ ਜਵਾਨੀ ਦੇ। ਆਯੂ 35 ਵਰਸ ਕੀ ਮਨੀ ਸਿੰਘ ਕੀ ਆਹੇ, ਲਿਖੇ ਲਿਖਾਏ ਪੋਥੀਆਂ ਮਨ ਮੈਂ ਬਹੁ ਉਤਸ਼ਾਏ। ਕਹਿੰਦੇ ਇੰਨਾ ਉਤਸ਼ਾਹ ਸੀ ਭਾਈ ਮਨੀ ਸਿੰਘ ਦੇ ਮਨ ਵਿੱਚ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਗੁਰਬਾਣੀ ਦੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਦੀਆਂ ਪੋਥੀਆਂ ਲਿਖਦੇ ਨੇ ਤੇ ਸੰਗਤਾਂ ਨੂੰ ਬਾਣੀ ਪੜ੍ਹਾਉਂਦੇ ਨੇ ਤੇ ਆਪ ਗੁਰੂ ਕੀ ਆਗਿਆ ਲੈ ਕਰਕੇ ਬਾਣੀ ਦੀ ਵਿਚਾਰ ਕਰਦੇ ਨੇ। ਭਾਈ ਸੇਵਾ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਨੰਦਪੁਰ ਦੀ ਧਰਤੀ ਤੇ ਭਾਈ ਮਨੀ ਸਿੰਘ ਜੀ ਰਹਿੰਦੇ ਸਨ, ਉਹਨਾਂ ਦਾ ਜੀਵਨ ਕੈਸਾ ਸੀ। ਕਹਿੰਦੇ ਸੇਵਾ ਸੀ ਕਰੰਤ ਸਦਾ ਤੇ ਰਹੰਤ ਗੁਰਾਂ ਪਾਸ ਸਦਾ। ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਸਿੱਖੀ ਸਿਦਕ ਦਾ ਪੁਤਲਾ ਸੀ। ਕਹਿਣ ਲੱਗੇ ਵੀ ਸੇਵਾ ਕਰਦਾ, ਗੁਰੂ ਘਰ ਦੀ ਸੇਵਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਜੀ। ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਜੀ। ਪੜਦਾ ਪੜਾਉਂਦਾ ਤੇ ਜਤਾਂਦਾ ਨਹੀਂ ਆਪ ਤਾਈ, ਮਨ ਨੀਵਾ ਮਤ ਉੱਚੀ ਇਹ ਦਿਲ ਧਾਰ ਹੀ। ਕਹਿੰਦੇ ਆਪਣੇ ਮਨ ਨੂੰ ਨੀਵਾ ਰੱਖ ਕੇ ਮਤ ਨੂੰ ਉੱਚਾ ਰੱਖਿਆ। ਮਨ ਨੀਵਾ ਮਤ ਉੱਚੀ ਇਹੋ ਦਿਲ ਧਾਰ ਹੀ,
हठी तपी सिखी सिदक दा पुतला सी, साखियां सिदक दियां करदा उचार जी। कहंदे सदा अपने जुबान तो साखियां गुरु घर दियां सिदक वालियां, शरदा वालियां ते भरोसा वालियां बतीत बयान करते सन। सेवा हरी इवें किवें बीत गए बरस कई, युद्ध दे करन विच बड़ा हुशियार सी। कहंदे कल्ले लखारी नहीं सन, कल्ले कथा ही नहीं सन करते, कहंदे युद्ध दे करन विच बड़े हुशियार, युद्ध भी करते सन। हालांकि आपां कदी ये सुनिया नहीं, पर भाई मनी सिंह जी ने ਜਦੋਂ गुरु गोबिंद सिंह महाराज जी ਦਾ ਪਹਿਲਾ युद्ध ਪੌਂਟਾ ਸਾਹਿਬ ਦੀ ਧਰਤੀ ਤੇ ਭੰਗਾਨੀ ਦਾ युद्ध ਹੁੰਦਾ ਹੈ, ਤੇ ਭਾਈ ਮਨੀ ਸਿੰਘ ਜੀ ਨੇ ਉਸ युद्ध ਵਿੱਚ ਆਪਣਾ ਹਿੱਸਾ ਪਾਇਆ। ਉਸ ਤੋਂ ਬਾਅਦ जिस वक्त एक बारी गुरु साहब सच्चे पातशाह पौंटा साहब की धरती ते रुके, ते देहरादून बाबे राम राय का जिहड़ा स्थान है, जो औरंगजेब ने उन्होंने दान विच दिता सी, बाबे राम राय की मौत हो जाती है। बाबे राम राय की घर दी दा नाम सी पंजाब कौर, ते गुरु गोबिंद सिंह महाराज नूं बाबा राम राय जी मिलिया है जीवन तो पहला, उन्हां दा मिलनी हुई है। राम राय ने अपना दुखांत, अपना दुख गुरु साहब को रखिया सी कि मेरे घर दे जेड़े मसंद ने ना मेरे ते भारी पै गए ने, मैनू बहुत दुख दे रहे ने, तुसी मेरा ते मेरे परिवार दा ख्याल रखो। बाबा राम राय चढ़ाई कर गया। उस तो बाद उहदे परिवार नूं 4 शादियां हुईयां सन बाबे राम राय दियां, ते वड्डी सी माता पंजाब कौर। जेड़े उत्थों दे महंत सन देहरादून दे मसंद, ਉਹ ਪਰਿਵਾਰ ਨੂੰ ਬੜਾ ਤੰਗ ਕਰਦੇ ਸਨ। ਇਤਿਹਾਸ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਨੀ ਸਿੰਘ ਤੇ ਹੋਰ ਸਿੱਖਾਂ ਦੇ ਨਾਲ ਬਾਬਾ ਰਾਮ ਰਾਏ ਜੀ ਦੇ 17ਵੇਂ ਤੇ ਗਏ ਦੇਹਰਾਦੂਨ ਦੀ ਧਰਤੀ ਤੇ ਉੱਥੇ ਜਾ ਕਰਕੇ ਪ੍ਰਬੰਧ ਜਿਹੜਾ ਹੈ ਉਹ ਮਾਤਾ ਪੰਜਾਬ ਕੌਰ ਦੇ ਸਪੁਰਦ ਕਰਕੇ ਆ ਗਏ। ਆਪ ਫਿਰ ਸਤਿਗੁਰੂ ਜੀ ਪੌਂਟਾ ਸਾਹਿਬ ਆ ਗਏ। ਪਰ ਜਦੋਂ ਮਾਤਾ ਪੰਜਾਬ ਕੌਰ ਨੂੰ ਆਪਣਾ ਪ੍ਰਬੰਧ ਦਿੱਤਾ ਤੇ ਉਹਨਾਂ ਵਿੱਚੋਂ ਵੱਡਾ ਜਿਹੜਾ ਮਸੰਦ ਸੀ ਗੁਰਬਖਸ਼, ਉਹ ਬੜਾ ਤਕਲੀਫ ਵਿੱਚ ਆ ਗਿਆ। ਉਹਨੇ ਬੜਾ ਯਤਨ ਕੀਤਾ, ਆਪਣੇ ਨਾਲ ਦੇ ਮਸੰਦ ਗੰਢ ਲਏ, ਮਾਤਾ ਪੰਜਾਬ ਕੌਰ ਨੂੰ ਤੰਗ ਕਰਨਾ, ਦੁਖੀ ਕਰਨਾ। ਅਖੀਰ ਜਦੋਂ ਅਗਲੀ ਬਰਸੀ ਆਈ ਪਹਿਲੀ ਬਾਬਾ ਰਾਮ ਰਾਏ ਜੀ ਦੀ, ਤੇ ਉਹਨੇ ਫਿਰ ਮਾਤਾ ਪੰਜਾਬ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਿੱਠੀ ਲਿਖੀ ਕਿ ਮੇਰਾ ਜੀਣਾ ਮੁਹਾਲ ਕੀਤਾ ਹੈ, ਤੁਸੀਂ ਆਪ ਆਓ ਤੇ ਮੇਰੇ ਪ੍ਰਬੰਧ ਨੂੰ, ਮੇਰੇ ਇਸ ਡੇਰੇ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਵਿੱਚ ਮੇਰੀ ਮਦਦ ਕਰੋ। ਇਤਿਹਾਸ ਕਹਿੰਦਾ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਤਾਂ ਨਹੀਂ ਗਏ, ਭਾਈ ਮਨੀ ਸਿੰਘ ਜੀ, ਭਾਈ ਦੀਵਾਨ ਨੰਦ ਚੰਦ ਜੀ, ਭਾਈ ਦਇਆ ਸਿੰਘ ਜੀ, 50 ਸਿੰਘ ਨਾਲ ਭਾਈ ਮਨੀ ਸਿੰਘ ਜੀ ਦੀ ਸੁਪੁਰਦੀ ਵਿੱਚ ਫਿਰ ਬਾਬੇ ਰਾਮ ਰਾਏ ਦੇ ਡੇਰੇ ਤੇ ਉਹਦੀ ਬਰਸੀ ਤੇ ਭੇਜੇ। ਉੱਥੇ ਗੁਰਬਖਸ਼ ਜਿਹੜਾ ਸੀ ਆਪਣਾ ਤਖਤ ਲਾ ਕੇ ਬੈਠਾ, ਤੇ ਭਾਈ ਮਨੀ ਸਿੰਘ ਤੇ ਸਿੱਖਾਂ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਿੰਦਿਆ ਕਰਨ ਲੱਗਾ, ਗੁਰੂ ਸਾਹਿਬ ਨੂੰ ਮਾੜਾ ਕਹਿਣ ਲੱਗਾ। ਤੇ ਭਾਈ ਮਨੀ ਸਿੰਘ ਇੰਨੇ ਰੋਹ ਵਿੱਚ ਆਏ, ਭਾਈ ਸੇਵਾ ਹਰੀ ਜੀ ਕਹਿੰਦੇ ਕਿ ਐਸਾ ਭੁਆਂ ਕੇ ਥੱਪੜ ਮਾਰਿਆ ਕਿ ਗੁਰਬਖਸ਼ ਨੂੰ ਉਹਦੇ ਤਖਤ ਤੋਂ ਥੱਲੇ ਡੇਗ ਦਿੱਤਾ। ਤਲਵਾਰਾਂ ਸਿੱਖਾਂ ਨੇ ਧੂ ਲਈਆਂ, ਮਹੰਤ ਦੇ ਵੀ ਕੁਝ ਚੇਲੇ ਆ ਗਏ, ਪਰ ਅਖੀਰ ਮਾਤਾ ਪੰਜਾਬ ਕੌਰ ਨੇ ਪੱਲਾ ਅੱਡ ਕੇ ਦੋਹਾਂ ਪਾਸਿਆਂ ਤੋਂ ਸ਼ਾਂਤੀ ਰੱਖਣ ਦਾ ਵਾਸਤਾ ਪਾ ਕੇ ਉਸ ਗੱਲ ਨੂੰ ਰਫਾ ਦਫਾ ਕਰ ਦਿੱਤਾ। ਭਾਈ ਮਨੀ ਸਿੰਘ ਜੀ ਪੌਂਟਾ ਸਾਹਿਬ ਆ ਕੇ ਗੁਰੂ ਸਾਹਿਬ ਜੀ ਨੂੰ ਸਾਰੀ ਵਾਰਤਾ ਦੱਸਦੇ। ਇੱਥੇ ਫਿਰ ਭੰਗਾਨੀ ਦਾ ਯੁੱਧ ਹੁੰਦਾ ਹੈ। ਮਹੀਨਾ ਬਾਅਦ ਵੀ ਭੰਗਾਨੀ ਰਹਿ ਕੇ, ਪੌਂਟਾ ਰਹਿ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਆ ਜਾਂਦੇ ਨੇ। ਆਨੰਦਪੁਰ ਦੇ ਅੰਦਰ ਪਹਾੜੀ ਰਾਜਿਆਂ ਤੇ ਮੁਗਲਾਂ ਦੀ ਫੌਜ ਆਣ ਪੈਂਦੀ ਹੈ। ਨਦੌਣ ਦਾ ਜੰਗ ਹੁੰਦਾ ਹੈ ਤੇ ਉਹ ਗੁਰੂ ਸਾਹਿਬ ਜੀ ਦੀ ਮਦਦ ਲਈ ਪੁਕਾਰ ਕਰਦੇ ਨੇ। ਨਦੌਣ ਦੀ ਜੰਗ ਵਿੱਚ ਵੀ ਭਾਈ ਮਨੀ ਸਿੰਘ ਜੀ ਨੇ ਆਪਣੀ ਜੋਹਰਤ, ਆਪਣੀ ਸੂਰਬਤਾਈ ਦੇ ਜੋਹਰ ਵਿਖਾਏ, ਜੋ ਸੇਵਾ ਹਰੀ ਜੀ ਕਹਿੰਦੇ ਵੀ ਆਨੰਦਪੁਰ ਵਿੱਚ ਰਹਿ ਕੇ ਸੇਵਾ ਹਰੀ ਇਵੇਂ ਕਿਵੇਂ ਬੀਤ ਗਏ ਬਰਸ ਕਈ, ਯੁੱਧ ਦੇ ਕਰਨ ਵਿੱਚ ਬੜਾ ਹੁਸ਼ਿਆਰ ਏ। ਵੀ ਯੁੱਧ ਕਰਨ ਵਿੱਚ ਵੀ ਭਾਈ ਮਨੀ ਸਿੰਘ ਜੀ ਕੋਲ ਕਮਾਲ ਦੀ ਸੂਰਮਤਾਈ ਸੀ। ਸਮਾਂ ਬੀਤਦਾ ਗਿਆ, 1699 ਦੀ ਵਿਸਾਖੀ ਆਈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ। ਭਾਈ ਮਨੀ ਸਿੰਘ ਜੀ ਨੇ ਆਪਣੇ 5 ਪੁੱਤਰਾਂ ਸਮੇਤ ਭਾਈ ਬਚਿੱਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਨਿਕ ਸਿੰਘ ਜੀ ਤੇ ਭਾਈ ਅਜੈਬ ਸਿੰਘ ਜੀ, 5 ਪੁੱਤਰਾਂ ਸਮੇਤ ਉੱਥੇ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕੀਤੀ। ਕੁਝ ਮਹੀਨੇ ਹੀ ਬੀਤੇ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਈਆਂ ਇੱਕ ਫਰਿਆਦ ਲੈ ਕੇ ਕਿ ਹੇ ਗਰੀਬ ਨਵਾਜ, ਦਰਬਾਰ ਸਾਹਿਬ ਦਾ ਸ੍ਰੀ ਹਰਮੰਦਰ ਜੀ ਦਾ ਪ੍ਰਬੰਧ ਬੜਾ ਵਿਗੜਿਆ ਪਿਆ। ਕਿਉਂਕਿ ਆਪਾਂ ਜਾਣਦੇ ਹਾਂ ਕਿ 6ਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਏ ਸਨ ਤੇ ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਸੋਢੀਆਂ ਦੇ ਹੱਥ ਵਿੱਚ ਆ ਗਿਆ ਸੀ। ਬਾਬੇ ਪਿਰਥੀ ਮੱਲ ਦੀ ਸੰਤਾਨ ਨੇ
दरबार साहब ते मान लो कब्जा कर लिया सी भी साडा स्थान है, अपनी सिक्खी सेवकी चला ली। प्रिथी चंद मर गया ते ओदा पुत्र मेहरबान 7वां गुरु बन के बैठा, उन्हें अपनी संगत चलाई। मेहरबान मर गया ते ओदा पुत्र हरजी उत्थे दरबार साहब अपना काबज बन के, महंत बन के, गुरु बन के अपना प्रबंध चलांदा रहे। हरजी दे मरण तो बाद 3 जेड़े होर काबजदार जेड़े ने वो दरबार साहब दे आगू बन गए, काबजदार बन गए, जिन्हां विचों सोढी निरंजन राय मुख सी, पर संगतां ने कबूलिया ना। पहला भी कई बारी गुरु साहब जी नूं बेनतियां गईयां, पर रुझेवें इन्ने सन कि समा ना लगा। अखीर जदों इस वरी 1699 दी विसाखी तो बाद संगतां गुरु साहब जी दे कोल आनंदपुर साहब दी धरती ते आईयां ते भरे हुए मन नाल बेनतियां कीतियां भी सतगुरु जी, धन गुरु रामदास सच्चे पातशाह जी दा घर दरबार है, 6वें पातशाह तो बाद उत्थे कोई गुरु साहबान नहीं गए। एक बारी गुरु तेग बहादुर महाराज जी गए सन ते सोढी हरजी दे मसंदा ने दरवाजे बंद कर ले। सतगुरु दतार पिता महाराज जी नूं दर्शन ही नहीं करन दिते। इत्थों आपां हिसाब लाइए भी किन्ने ओ काबज हो गए सन दरबार साहब दी धरती ते, अपनी मन मर्जी गुरमत ते उल्ट, मर्यादा ते उल्ट उत्थे ओ कारज करदे सन। तां उस वक्त गुरु गोबिंद सिंह महाराज सच्चे पातशाह जी ने पहली वरी श्री आनंदपुर साहब की धरती तो 5 सिखां दे जथे समेत एक निशान साहिब दे करके भाई मनी सिंह जी नूं श्री दरबार साहिब जी का तीसरा ग्रंथी ते अकाल बुंगे दा जथेदार नियुक्त करके श्री दरबार साहब जी की धरती ते भेजिया। भाई सेवा हरि जी कहते ने दरबार साहब आके भाई मनी सिंह जी ने की कीता, निता प्रति कथा होवे ग्रंथ महाराज जू की। कहते निता प्रति कथा होने लगी, निता प्रति कथा होवे ग्रंथ महाराज जू की, बुंगे है अकाल नित लगदा दीवान जी, रहत दशमेश दीदी दसे नित संगतां नूं, खोटे खरे वाली उत्थे होम दी पछाण जी। भाई साहब जी दे उस्तत करदे सेवा हरि जी कहंदे खोटे खरे दी पछाण होण लगी, रहत मर्यादा संगतां नूं भाई साहब दृढ़ करवाउण लगे। ते होर की होण लगा, खंडे दी पहुल सदा देवे अवलाखियां को, नित नवे सिंह सज पिंडां विच जाण जी, सेवा हरि इवें किवें बीत के बरस कई, सुदा सिर विच मनी सिंह जी पछाण। कहंदे इस तरह भाई मनी सिंह गुरु साहब जी की आग्ञा लै करके उस श्री दरबार साहब जी की सेवा नूं, मर्यादा नूं बहाल कीता। समा बीतदा गया, इधरों आनंदपुर साहब जी दे घेरे पए, सतगुरां दा परिवार विछड़िया, सरसा ते विछोड़ा पिया, साहिबजादे वड्डे छोटे शहीद होए, सिंह शहीद होए। भाई मनी साहब गुरु साहब जी की आग्ञा पाके श्री दरबार साहब की सेवा च सन। हालांकि उन्होंने दे साहिबजादे भाई बचित्र सिंह, भाई उदय सिंह, भाई अनक सिंह, अजब सिंह, अजैब सिंह शहीद हो गए वक्खो वखरे थावां ते, पर भाई मनी सिंह गुरु साहब जी के हुक्म वजांदे श्री दरबार साहब की सेवा विच ही रहे। उत्थों फिर जदों पता लगा कि सतगुरु जी समा लंघांदे लंघांदे साबो की तलवंडी बठिंडे आ गए, ते भाई मनी सिंह संगतां लैकर के गुरु साहब सच्चे पातशाह दतार पिता महाराज सच्चे पातशाह जी नूं इत्थे आकर के मिले। साबो की तलवंडी बठिंडे की धरती ते गुरु साहब जी दे नाल बचन बिलास होए ते दतार पिता महाराज ने भाई मनी सिंह जी नूं इत्थे श्री गुरु ग्रंथ साहिब महाराज सच्चे पातशाह जी की समुची बाणी लिखण दा हुक्म कीता। हालांकि आनंदपुर साहब भी लिखते रहे, दोबारा फिर इत्थे सतगुरां ने दमदमा साहब वाली बीड़ तैयार करवाई ते ओदे लखारी भाई मनी सिंह जी सन, नाल सहायक लखारी बाबा दीप सिंह शहीद सन। इत्थे सतगुरु जी फिर दखण वल गए ते भाई मनी सिंह भी बगौर दी धरती तक राजस्थान तक नाल गए, उत्थे भी झड़प हुई। सतगुरां ने हुक्म दिता भी तुसी वापस श्री दरबार साहब जी की मर्यादा ते सेवा की ही संभाल करो। सतगुरु जी जिस वक्त दखन चले गए, इतिहास कहता है भी गुरु साहब जदों सतगुर गए दखन की ओर, जदों दखन वाले पासे चले गए ते संगतां सारियां उदास हो गईयां। उन्हां दी उदासी नूं खुशहाली ते शरधा विच तब्दील करन वास्ते भाई मनी सिंह उਸੇ तरह फिर धीरज दे करके गुरु इतिहास, गुरु बाणी, भाई गुरदास जी की बाणी दियां साखियां वारां दी कथा श्री दरबार साहब संगतां नूं सुणांदे रहे। उन्हां दी ही बाणी आ भगत रत्नावली, भगत माल, जिहड़ी भाई साहब जी ने अपनी रसना तो कथा उचारण की। विद्वानां दियां 2 मत्तां ने, कई ते कहंदे उन्हां आप लिखियां ये किताबां ते कुछ कहंदे उन्हां सिर्फ कथा कीती है।
ਤੇ ਉਹਨਾਂ ਦੇ ਪਿਆਰਿਆਂ ਨੇ ਉਹ ਕਥਾ ਨੂੰ ਹੂਬਹੂ ਲਿਖਿਆ ਤੇ ਉਹ ਭਗਤ ਰਤਨਾਵਲੀ ਤੇ ਭਗਤ ਮਾਲ 2 ਕਿਤਾਬਾਂ ਉਹਨਾਂ ਦੀਆਂ ਮਕਬੂਲ ਨੇ। ਇੱਥੇ ਭਾਈ ਮਨੀ ਸਿੰਘ ਜੀ ਸਮਾਂ ਬਤੀਤ ਕਰਦੇ ਰਹੇ। ਸਮਾਂ ਆ ਗਿਆ 1709 ਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ 1708 ਵਿੱਚ ਦੱਖਣ ਚੜ੍ਹਾਈ ਕਰ ਗਏ। ਬਾਬਾ ਬੰਦਾ ਸਿੰਘ ਬਹਾਦਰ ਦੱਖਣ ਵਾਲੇ ਪਾਸਿਓਂ ਆਇਆ ਹੋਇਆ ਹੈ, ਉਹਨੇ ਸਰਹੰਦ ਮਾਰਨੀ ਹੈ ਤੇ ਇੱਧਰ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੀ ਧਰਤੀ ਤੇ ਨੇ ਤੇ ਸੋਢੀ ਨਿਰੰਜਨ ਦੇ ਚੇਲਿਆਂ ਦੇ ਨਾਲ ਸਿੱਖਾਂ ਦੀ ਝੜਪ ਹੋ ਗਈ। ਚੂੜ ਮੱਲ ਦੇ ਬੇਟੇ ਰਾਮੂ ਮੱਲ ਦੇ ਨਾਲ ਸਿੱਖਾਂ ਦੀ ਆਪਸ ਵਿੱਚ ਤੂ ਮੈਂ ਹੋ ਗਈ। ਭਾਈ ਮਨੀ ਸਿੰਘ ਜੀ ਨੇ ਚੂੜ ਮੱਲ ਨੂੰ ਬੁਲਾਇਆ ਵੀ ਆ ਕੇ ਗੱਲ ਕਰ, ਜੇ ਕੋਈ ਗੱਲ ਹੋਈ ਆਪਾਂ ਬੈਠ ਕੇ ਸੁਲਝਾਨੇ ਆ। ਪਰ ਚੂੜ ਮੱਲ ਇਸ ਗੱਲੋਂ ਦੁਖੀ ਸੀ। ਇੱਕ ਤਾਂ ਉਹਦਾ ਇੱਕ ਬੇਟਾ ਮਨਹੋਰ ਸਿੰਘ ਉਹ ਗੁਰੂ ਦਾ ਸਿੰਘ ਬਣ ਗਿਆ ਸੀ ਤੇ ਇੱਕ ਉਹਦੇ ਬੇਟੇ ਨੂੰ ਸਿੱਖਾਂ ਨੇ ਕੁੱਟ ਦਿੱਤਾ। ਉਹ ਕਹਿੰਦਾ ਮੈਂ ਤੁਹਾਡੇ ਨਾਲ ਸਮਝੌਤਾ ਨਹੀਂ ਕਰਨਾ। ਉਹਨੇ ਜਾ ਕਰਕੇ ਪੱਟੀ ਦੇ ਚੌਧਰੀ ਦੇ ਨਾਲ ਗੱਲ ਕੀਤੀ ਤੇ ਕਹਿਣ ਲੱਗਾ ਵੀ ਮੇਰਾ ਨਿਬੇੜਾ ਕਰ। ਉਹਨੇ ਜਾ ਕਰਕੇ ਲਾਹੌਰ ਦੇ ਅਸਲਮ ਖਾਨ ਨਾਲ ਗੱਲ ਕੀਤੀ ਤੇ ਅਸਲਮ ਖਾਨ ਨੇ ਗੁਰੂ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਜਵਾਬ ਤਲਬੀ ਲਈ ਬੁਲਾਇਆ ਤੇ ਭਾਈ ਮਨੀ ਸਿੰਘ ਜੀ ਨੇ ਭਾਈ ਤਾਰਾ ਸਿੰਘ ਵਾਂ, ਜਿਨ੍ਹਾਂ ਦੀ ਬਾਅਦ ਵਿੱਚੋਂ ਸ਼ਹੀਦੀ ਹੁੰਦੀ ਹੈ, ਇਹ ਭਾਈ ਤਾਰਾ ਸਿੰਘ ਵਾਂ ਭਾਈ ਮਨੀ ਸਿੰਘ ਦੇ ਹੱਥੋਂ ਇਹਨਾਂ ਅੰਮ੍ਰਿਤਪਾਨ ਕੀਤਾ ਸੀ ਤੇ ਇਹ ਅਨਨ ਸਿੱਖ ਕਹਿ ਲਈਏ ਗੁਰੂ ਸਾਹਿਬ ਦੇ ਤੇ ਭਾਈ ਮਨੀ ਸਿੰਘ ਦੇ ਸਤਿਕਾਰ ਕਰਨ ਵਾਲੇ ਪਰਮ ਮਿੱਤਰ ਸਨ। ਉਹਨਾਂ ਨੂੰ ਭੇਜਿਆ। ਸਮਾਂ ਥੋੜਾ ਹੈ, ਮੈਂ ਸਮੇਂ ਦੇ ਵਿੱਚ ਰਹਿ ਕੇ ਵਾਰਤਾ ਕਰਨੀ ਹੈ, ਪਰ ਉੱਥੇ ਗੱਲ ਨਾ ਨਿਬੜੀ। ਭਾਈ ਤਾਰਾ ਸਿੰਘ ਵਾਂ ਵਾਪਸ ਆ ਗਿਆ। ਭਾਈ ਮਨੀ ਸਿੰਘ ਨੂੰ ਸਾਰੀ ਗੱਲ ਤੋਂ ਜਾਣੂ ਕਰਵਾਇਆ ਕਿ ਭਾਈ ਸਾਹਿਬ ਜੀ ਗੱਲ ਨਹੀਂ ਬਣੀ, ਝਗੜਾ ਹੋ ਕੇ ਰਹੇਗਾ। ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਇਕੱਠਿਆਂ ਕੀਤਾ। ਅਖੀਰ ਚੂੜ ਮੱਲ ਚੌਧਰੀ ਨੂੰ ਲੈ ਕੇ ਆਇਆ, ਉਹ ਮਰ ਗਿਆ, ਭੱਜ ਗਿਆ ਚੂੜ ਮੱਲ। ਫਿਰ ਅਸਲਮ ਖਾਨ ਦੀ ਫੌਜ ਆਈ ਤੇ ਉਹ ਵੀ ਭੱਜ ਕੇ ਤੁਰ ਗਏ ਤੇ ਅਖੀਰ ਸਾਰੇ ਸੋਢੀਆਂ ਨੇ ਰਲ ਕੇ ਭਾਈ ਮਨੀ ਸਿੰਘ ਦੀ ਜ਼ਕਰੀਆ ਖਾਨ ਕੋਲ ਜਾ ਕਰਕੇ ਸ਼ਿਕਾਇਤ ਕੀਤੀ। ਸੇਵਾ ਹਰੀ ਜੀ ਕਹਿੰਦੇ ਨੇ ਦੁਸ਼ਟ ਚੌਂਕੜੀ ਰਲ ਸਭੈ ਕਾਜ਼ੀ ਗੈਲ ਰਲਾਏ, ਨਾਲ ਕਾਜ਼ੀਆਂ ਨੂੰ ਰਲਾ ਲਿਆ ਕਿਉਂਕਿ ਕਾਜ਼ੀਆਂ ਤੋਂ ਬਿਨਾਂ ਤੇ ਗੱਲ ਨਹੀਂ ਸੀ ਨਾ ਬਣਨੀ। ਕਹਿੰਦੇ ਦੁਸ਼ਟ ਚੌਂਕੜੀ ਰਲ ਸਭੈ ਕਾਜ਼ੀ ਗੈਲ ਰਲਾਏ, ਖਾਨ ਪਾਸ ਖਾਨ ਦੇ ਪਹੁੰਚ ਕੇ ਇਉਂ ਕਹਿ ਸਮਝਾਏ, ਸੱਪ ਬੁੱਕਲ ਮੈਂ ਪਲ ਰਿਹਾ ਸਿੰਘਾਂ ਦਾ ਸਰਦਾਰ, ਬੈਠੇ ਤੁਸੀਂ ਅਵੇਸਲੇ ਕਿਉਂ ਨਾ ਲੈਂਦੇ ਸਾਰ। ਕਹਿੰਦੇ ਤੁਸੀਂ ਤਾਂ ਬੁੱਕਲ ਵਿੱਚ ਸੱਪ ਪਾਲਿਆ ਹੋਇਆ, ਉਹਦੀ ਸਾਰ ਨਹੀਂ ਲੈਂਦੇ। ਕਹਿੰਦੇ ਮਨੀ ਸਿੰਘ ਕੋ ਸਮਝੋ ਐਸੇ, सैयद है तुर्कन में जैसे, जथेदार है सिंगन केरा, हमने देखा कई बेरा, मैं हरिमंदर को यह पुजारी, माने इसको खलकत सारी। कहते हरमंदर दा पुजारी ते जथेदार है पर तू साडी सार नहीं लेंदा। दुष्टां ने जकरिया खान नूं भड़काया। जकरिया खान विਉਂਤਬੰਦੀ ਕਰਨ ਲੱਗਾ ਵੀ ਕਦੋਂ ਸਮਾਂ ਮਿਲੇ ਤੇ ਮੈਂ ਮਨੀ ਸਿੰਘ ਜੀ ਨੂੰ ਮਾਰ ਦਿਆਂ, ਸ਼ਹੀਦ ਕਰ ਦਿਆਂ, ਕਿਉਂਕਿ ਸਿੰਘ ਬੜੀ ਮੰਨਦੇ ਨੇ, ਬੜੀ ਮਨੌਤ ਹੈ ਕਿ ਜੋ ਵੀ ਸਿੰਘ ਦਰਬਾਰ ਸਾਹਿਬ ਆਉਂਦਾ ਪਹਿਲਾਂ ਉਹਨਾਂ ਨੂੰ ਆ ਕੇ ਮਿਲਦਾ। ਅਖੀਰ ਸਮਾਂ 1733 ਦਾ ਹੋ ਗਿਆ। ਮੈਂ ਸਮਾਪਤੀ ਵੱਲ ਆਵਾਂ। ਵਿਸਾਖ ਦੀਵਾਲੀ ਦਾ ਦਿਵਸ ਭਾਈ ਮਨੀ ਸਿੰਘ ਜੀ ਨੇ ਮਨਾਉਣ ਦਾ ਰੱਖ ਲਿਆ। ਉਦੋਂ ਤੱਕ ਸਰਹੰਦ ਜਿੱਤੀ ਗਈ, ਲੋਹਗੜ੍ਹ ਜਿੱਤਿਆ ਗਿਆ, ਸਾਰੇ ਕਿਲੇ ਬਾਬਾ ਜੀ ਬੰਦਾ ਸਿੰਘ ਬਹਾਦਰ ਨੂੰ ਦੁਬਾਰਾ ਛੱਡਣੇ ਪਏ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ, ਤਾਰਾ ਸਿੰਘ ਵਾਂ ਦੀ ਸ਼ਹੀਦੀ ਹੋ ਗਈ, ਸਿੰਘ ਸਾਰੇ ਖਿੰਡ ਪਿੰਡ ਗਏ, ਕੱਲੇ ਭਾਈ ਮਨੀ ਸਿੰਘ ਦਰਬਾਰ ਸਾਹਿਬ ਦੀ ਸੇਵਾ ਵਿੱਚ ਰਹਿ ਗਏ। 1733 ਵਿੱਚ ਦੁਬਾਰਾ ਸਿੰਘਾਂ ਨੂੰ ਇਕੱਠਾ ਕਰਨ ਦੇ ਲਈ ਦੀਵਾਲੀ ਦਾ ਸਮਾਂ ਰੱਖਿਆ। ਭਾਈ ਸ਼ੁਬੇਗ ਸਿੰਘ ਤੇ ਭਾਈ ਸੂਰਤ ਸਿੰਘ ਇਹ ਲਾਹੌਰੀ ਸਿੰਘ ਸਨ। ਇਹਨਾਂ ਦੇ ਨਾਲ ਮਿਲ ਕੇ ਜ਼ਕਰੀਆ ਖਾਨ ਨਾਲ ਗੱਲ ਕੀਤੀ ਵੀ ਸਾਨੂੰ ਦੀਵਾਲੀ ਦਾ ਦਿਨ ਮਨਾਉਣ ਦਿਓ। ਜ਼ਕਰੀਆ ਖਾਨ ਕਹਿਣ ਲੱਗਾ ਕੋਈ ਗੱਲ ਨਹੀਂ, ਟੈਕਸ ਦੇਣਾ ਪਏਗਾ। 10,000 ਟੈਕਸ ਦੇਣਾ ਮੰਨ ਕੇ ਭਾਈ ਮਨੀ ਸਿੰਘ ਨੇ ਸਰਬੱਤ ਖਾਲਸੇ ਨੂੰ ਚਿੱਠੀਆਂ ਪਾਈਆਂ, ਹੁਕਮਨਾਮੇ ਭੇਜੇ ਕਿ ਦੀਵਾਲੀ ਸ੍ਰੀ ਦਰਬਾਰ ਸਾਹਿਬ ਇਸ ਵਾਰੀ ਮਨਾਣੀ ਹੈ। ਸਿੰਘਾਂ ਵਿੱਚ ਬੜਾ ਉਤਸ਼ਾਹ ਸੀ, ਪਰ ਲਾਹੌਰੀ ਸਿੰਘਾਂ ਨੂੰ ਨਾਲ ਹੀ ਪਤਾ ਲੱਗ ਗਿਆ ਵੀ ਸੂਬਾ ਤੇ ਹੋਰ ਕੋਈ ਮਨਸੂਬਾ ਪਕਾਈ ਬੈਠਾ ਹੈ। ਉਹਨੇ ਇਹ ਨਿਰੰਜਨੀਆਂ ਦੇ ਨਾਲ ਰਲ ਕੇ ਮਤਾ ਪਕਾਇਆ ਵੀ ਜਿਉਂ ਹੀ ਸਿੰਘ ਇਕੱਠੇ ਹੋਣਗੇ ਉਹਨਾਂ ਨੂੰ ਘੇਰਾ ਪਾ ਕੇ ਦਰਬਾਰ ਸਾਹਿਬ ਮਾਰ ਦਿੱਤਾ ਜਾਏਗਾ। ਲਖਪਤ ਰਾਏ ਦੀ ਅਗਵਾਈ ਵਿੱਚ ਉਹਨੇ ਬੜੀ ਵੱਡੀ ਫੌਜ ਤਿਆਰ ਕਰ ਲਈ। ਪਰ ਜਦੋਂ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗਾ, ਦੁਬਾਰਾ ਫਿਰ ਚਿੱਠੀਆਂ ਪਾਈਆਂ ਵੀ ਕੋਈ ਜੁਝਾਰੂ ਸਿੰਘ ਨਾ ਆਵੇ। ਗਿਣਤੀ ਦੇ ਸਿੰਘ ਕਿਰਤੀ ਸਿੰਘ ਆਏ। ਅਖੀਰ ਦੀਵਾਲੀ ਮਨਾਈ ਗਈ, ਪਰ ਭੇਟਾ ਬਹੁਤੀ ਨਾ ਹੋਈ ਤੇ ਨਾ ਟੈਕਸ ਦਿੱਤਾ ਗਿਆ। ਫਿਰ ਵਿਸਾਖੀ ਦਾ ਦਿਨ ਮਨਾਉਣ ਦੀ ਗੱਲ ਕੀਤੀ ਗਈ, ਉਸੇ ਤਰ੍ਹਾਂ ਫਿਰ ਕੀਤਾ। ਅਖੀਰ ਭਾਈ ਮਨੀ ਸਿੰਘ ਜੀ ਨੂੰ ਇਸ ਗੱਲ ਕਰਕੇ ਲਾਹੌਰ ਦੀ ਧਰਤੀ ਤੇ ਕੁਝ ਸਿੰਘਾਂ ਦੇ ਨਾਲ ਤੇ ਉਹਨਾਂ ਦੇ 2 ਸਾਹਿਬਜ਼ਾਦੇ ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖਸ਼ ਸਿੰਘ ਤੇ ਕੁਝ ਸਿੰਘਾਂ ਦੇ ਨਾਲ ਲਾਹੌਰ ਕੈਦ ਕਰ ਲਿਆ ਗਿਆ। ਕੁਝ ਦਿਨ ਕੈਦ ਰੱਖਿਆ।
ਭਾਈ ਮਨੀ ਸਿੰਘ ਉੱਥੇ ਗੁਰੂ ਕੀਆਂ ਸਾਖੀਆਂ ਸੁਣਾਉਂਦੇ ਰਹੇ। ਅਖੀਰ ਨਖਾਸ ਚੌਂਕ ਤੇ ਭਾਈ ਮਨੀ ਸਿੰਘ ਜੀ ਨੂੰ ਇਹ ਕਿਹਾ ਗਿਆ ਕਿ ਇੱਕ ਤਾਂ ਇਸਲਾਮ ਕਬੂਲ ਕਰੋ, 90 ਸਾਲ ਦੀ ਉਮਰ ਹੋ ਗਈ ਸੀ ਉਸ ਵਕਤ, ਤੇ ਇੱਕ ਆਪਣੇ ਜਿਹੜੇ ਤੁਹਾਡੇ ਲੜਾਕੂ ਸਿੰਘ ਨੇ ਨਾ ਉਹਨਾਂ ਦੇ ਥਾਂ ਪਤੇ ਦੱਸੋ, ਵੀ ਉਹਨਾਂ ਦੀ ਸੂਹ ਸਾਨੂੰ ਦਿਓ। ਤੇ ਭਾਈ ਮਨੀ ਸਿੰਘ ਨੇ ਕਿਹਾ ਸੀ, ਮੈਂ ਗੁਰੂ ਕਾ ਸਿੱਖ ਹਾਂ ਤੇ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਣੀ ਆ, ਭਾਵੇਂ ਬੰਦ ਕੱਟਿਆ ਜਾਏ, ਤੇ ਗੁਰੂ ਕੇ ਜੁਝਾਰੂ ਸਿੱਖਾਂ ਦਾ ਤੇ ਕੋਈ ਇੱਕ ਟਿਕਾਣਾ ਨਹੀਂ। ਉਹ ਤਾਂ ਅੱਜ ਇੱਥੇ ਪਲ ਉੱਥੇ, ਮੈਂ ਉਹਨਾਂ ਬਾਬਤ ਕੋਈ ਚੰਗੀ ਥਾਂ ਪੱਕਾ ਟਿਕਾਣਾ ਨਹੀਂ ਦਾਣਦਾ। ਅਖੀਰ ਭਾਈ ਮਨੀ ਸਿੰਘ ਜੀ ਨੂੰ 1734 ਈਸਵੀ ਦੇ ਅੰਦਰ ਨਿਖਾਸ ਚੌਂਕ ਦੇ ਉੱਤੇ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਗਿਆ। ਤੇ ਉਸ ਵਕਤ ਗੁਰੂ ਕੇ ਸਿੱਖ ਆਖਦੇ ਨੇ ਵੀ ਜਦੋਂ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਜਾ ਰਿਹਾ ਸੀ, 90 ਸਾਲ ਦੀ ਉਮਰ ਵਿੱਚ ਵੀ ਉਸ ਬਾਪੂ ਦਾ ਜਿਹੜਾ ਚਿਹਰਾ ਸੀ ਦਗਦਗ ਕਰਦਾ ਸੀ, ਤੇ ਰਸਨਾ ਤੋਂ ਬਾਣੀ ਉਚਾਰਦਿਆਂ ਹੱਸ ਕੇ ਮੈਨੂੰ ਇਹ ਬਚਨ ਪਏ ਉਹਨਾਂ ਦੇ ਅੰਦਰੋਂ ਰੋਮ ਚੋਂ ਨਿਕਲਦੇ ਸਨ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਦਰਸ਼ਨ ਹਰ ਦੇਖਣ ਕਹਿਤਾਈ। ਕਿ ਮੈਂ ਆਪਣੇ ਪਿਆਰੇ ਦੀ ਖੁਸ਼ੀ ਲੈਣ ਵਾਸਤੇ ਭਾਵੇਂ ਮੈਨੂੰ ਆਪਣਾ ਤਨ ਮਨ ਵੀ ਕੱਟਣਾ ਪਏ, ਮੈਂ ਪੁਰਜਾ ਕਟਾ ਸਕਦਾ, ਪਰ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। 24 ਜੂਨ 1734 ਈਸਵੀ ਦੇ ਅੰਦਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਨਖਾਸ ਚੌਂਕ ਵਿੱਚ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਨਾਲ ਸ਼ਹਾਦਤ ਹੁੰਦੀ ਹੈ। ਅਖੀਰ ਲਾਹੌਰੀ ਸਿੰਘ ਫਿਰ ਮਸੀਤੋਂ ਵਾਲੇ ਦਰਬਾਰੀ ਕਿਲੇ ਦੇ ਪਾਸ ਹੀ ਭਾਈ ਮਨੀ ਸਿੰਘ ਜੀ ਦਾ ਭਾਈ ਸੂਰਤ ਸਿੰਘ ਤੇ ਸ਼ੁਬੇਗ ਸਿੰਘ ਜੀ ਵੱਲੋਂ ਸੰਸਕਾਰ ਕੀਤਾ ਜਾਂਦਾ ਹੈ। ਉੱਥੇ ਅੱਜ ਵੀ ਉਹਨਾਂ ਦੀ ਯਾਦਗਾਰ ਦੇ ਅੰਦਰ ਸ਼ਹੀਦਗੰਜ ਦੂਸਰਾ ਗੁਰਦੁਆਰਾ ਬਣਿਆ। ਗੁਰੂ ਕੇ ਸਵਾਰਿਓ, ਭਾਈ ਮਨੀ ਸਿੰਘ ਦਾ ਇਤਿਹਾਸ ਬਹੁਤ ਵੱਡਾ ਹੈ। ਸਮੇਂ ਦੀ ਨਜਾਕਤ ਨੂੰ ਸਮਝਦਿਆਂ ਮੈਂ ਟੂਕ ਮਾਤਰ ਆਪ ਜੀ ਦੇ ਨਾਲ ਅਰਜ਼ ਕੀਤਾ। ਮਤਲਬ ਇਹ ਹੈ ਕਿ ਉਹ ਗੁਰੂ ਘਰ ਦਾ ਕੈਸਾ ਸਿੱਖ ਸੀ ਜਿਹੜਾ ਗੁਰੂ ਘਰ ਦਾ ਲਿਖਾਰੀ, ਗੁਰੂ ਘਰ ਦਾ ਦੀਵਾਨ, ਗੁਰੂ ਘਰ ਦਾ ਕਵੀ ਤੇ ਗੁਰੂ ਘਰ ਦਾ ਜਰਨੈਲ ਸੀ। ਸਾਰੀਆਂ ਸੇਵਾਵਾਂ ਬਾਖੂਬੀ ਨਿਭਾ ਕਰਕੇ ਅਖੀਰ ਆਪਣੇ ਤਨ ਦਾ ਬਜ਼ੁਰਗੀ ਦੇ ਅੰਦਰ ਵੀ ਉਹ ਗੁਰੂ ਘਰ ਦੇ ਅੰਦਰ ਆਪਣੇ ਤਨ ਨੂੰ ਵੀ ਸਬੁਰਦ ਕਰਕੇ ਚਲਾ ਗਿਆ। ਐਸੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਤਿੰਨਾਂ ਦੀ ਸ਼ਹਾਦਤ ਨੂੰ ਆਪਾਂ ਮਨਾ ਰਹੇ ਹਾਂ। ਉਹਨਾਂ ਦੀਆਂ ਮਨਾਈਆਂ ਹੋਈਆਂ ਸ਼ਹਾਦਤਾਂ ਤੇ ਤਾਂ ਹੀ ਪ੍ਰਵਾਨ ਨੇ। ਵੇਖੋ 90 ਸਾਲ ਦੀ ਉਮਰ ਵਿੱਚ 50 ਤੋਂ ਉੱਤੇ ਉਹਨਾਂ ਦੇ ਪਰਿਵਾਰ ਦੇ ਸ਼ਹੀਦ ਨੇ, 50 ਤੋਂ ਉੱਪਰ ਗਿਣਤੀ ਨਹੀਂ, ਉਹਨਾਂ ਦੇ ਸ਼ਹੀਦ ਨੇ ਉਹਨਾਂ ਦੇ ਪਰਿਵਾਰ ਦੇ, ਪਰ ਕਦੀ ਸਿੱਖੀ ਤੋਂ ਮੂੰਹ ਨਹੀਂ ਮੋੜਿਆ। ਇੰਨੀ ਮੁਸੀਬਤ, ਇੰਨੇ ਦੁੱਖਾਂ ਤੇ ਇੰਨਾ ਸੰਕਟਾਂ ਵਿੱਚ ਅੱਜ ਸਾਡੇ ਕੋਲ ਨਾ ਕੋਈ ਉਹੋ ਜਿਹੀ ਮੁਸੀਬਤ ਹੈ, ਨਾ ਹੋ ਜੋ ਕੋਈ ਸੰਕਟ ਹੈ, ਨਾ ਹੋ ਜਾ ਕੋਈ ਦੁੱਖ ਹੈ। ਅਸੀਂ ਆਪਣੀ ਗੁਰੂ ਦੀ ਕਿਰਪਾ ਦੇ ਨਾਲ, ਵਡੇਰਿਆਂ ਦੀ ਕੁਰਬਾਨੀਆਂ ਨਾਲ ਅਸੀਂ ਆਜ਼ਾਦ ਹਾਂ। ਪਰ ਗੁਰੂ ਕਿਰਪਾ ਕਰੇ ਅਸੀਂ ਸਿੱਖੀ ਸਰੂਪ ਨੂੰ ਸਾਂਭ ਲਈਏ, ਗੁਰੂ ਸਿਧਾਂਤਾਂ ਨੂੰ ਸਾਂਭ ਲਈਏ, ਤਾਂ ਸਾਡੇ ਮਨਾਏ ਹੋਏ ਪੁਰਬ ਤੇ ਸਾਡੇ ਸ਼ਹੀਦਾਂ ਦੀਆਂ ਦਿੱਤੀਆਂ ਹੋਈਆਂ ਸ਼ਹੀਦੀਆਂ ਜਿਹੜੀਆਂ ਨੇ ਉਹ ਕਿਸੇ ਅਰਥ ਹੋ ਜਾਣਗੀਆਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਗੇ। ਇੰਨੀਆਂ ਬੇਨਤੀਆਂ ਕਰਦੇ ਭੁੱਲਾਂ ਚੁੱਕਾਂ ਹੋਈਆਂ ਆਪ ਜੀ ਨੇ ਬਖਸ਼ ਦੇਣੀਆਂ। ਪਿਆਰ ਸਹਿਤ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।